सतनाम श्री वाहिगुरु साहिब जीओ। सो कहो टल गुर सेविया निस साज सुभाए। दर्शन बरसया गुरु का जन्म मरण दुख जाय। सतनाम श्री वाहिगुरु साहिब जीओ। राग सोही महला तीजा। घर पाला अष्टपदियाँ। एक ओंकार सतगुर प्रसाद। ना मैं ही ते सब किछु वाह। बिन सतगुर नाम ना जापै। गुर का शब्द महारस मीठा। बिन चाखे साध ना जापे। ना मैं ही ते सब किछु वाह। बिन सतगुर नाम ना जापै। गुर का शब्द महारस मीठा। बिन चाखे साध ना जापे। कौडे बदले जन्म गवाया। चीनस नाही आपे। गुरमुख ता एको जानै। हौमै दुख न संतापे। बलिहारी गुरे अपने बिटो। जिन साचे स्यों लिव लाई। शब्द चीनिया तम प्रगास्या। साजे रया समाय रहा। गुरमुख गावा गुरमुख बूझा। गुरमुख शब्द विचारे। जियो पिण सब गुर ते उपजे। गुरमुख कारज सवारे। मन मुख आंदा आंद कमावै। बिख खट्टे संसारे। माया मोह सदा दुख पाए। बिन गुर अत प्यारे। सोए सेवक जे सतगुर सेवै। चालै सतगुर भाए। साचा शब्द सिफत हा साची। साचा मन वसाय। सच्ची बाणी गुरमुख आखै। हमै विचों जाए। आपे दाता कर्म है साचा। साचा शब्द सुनाय। गुरमुख घाले गुरमुख खट्टे। गुरमुख नाम जपाए। सदा अलमत साचे रंग राता। गुर कै साज सुभाय। मन मुख सद ही कूड़ो बोलै। बिख बीजे बिख खाए। जम काल बादा तृष्णा दादा। बिन गुर कवण छड़ाय। सच्चा तीरथ जित सत सर नावण। गुरमुख आप बुझाए। 68 तीरथ गुर शब्द दिखाए। तित नाते मल जाय। सच्चा शब्द सच्चा है निर्मल। नामल लगा न लाए। सच्ची सिफत सच्ची सलाह। पूरे गुर ते पाए। तन मन सब किछ हर तिस केरा। दुरमत कहन न जाए। हुकम होवे ता निर्मल होवै। हौमै विचों जाय। गुर की साखी साजै चाखी। तृष्णा अगन बुझाए। गुर का शब्द राता साजे माता। साजे रया समाय। हर का नाम सत कर जाने। गुर के भाए प्यारे। सच्ची वड्याई गुर ते पाई। सच्चे नाए प्यारे। एको सच्चा सब मैं वरते। विरला को विचारे। आपे मेल लए ता बख्शे। सच्ची भगत सवारे। सबो सच 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 वरते। गुरमुख कोई जानै। जमण मरना हुक्म वरते। गुरमुख आप बछाण। नाम ध्याए ता सतगुर भाए। जो इच्छे सो फल पाए। नानक तिस दा सब किछ होवै। जे विचों आप गवाए। नाम ध्याए ता सतगुर भाए। जो इच्छे सो फल पाए। नानक तिस दा सब किछ होवै। जे विचों आप गवाए।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਛਤਰ ਦੇ ਮਾਲਕ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਬਾਇਮਾਨ ਹੋਏ ਬਾਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਸਿੰਘਾਸਣ ਤੇ ਪ੍ਰਕਾਸ਼ਵਾਨ ਹੋ ਕੇ ਬਖਸ਼ਿਸ਼ ਕਰਦੇ ਹੋਏ ਸਾਨੂੰ ਜ਼ਿੰਦਗੀ ਵਿੱਚ ਕਮਾਉਣ ਵਾਸਤੇ ਪਾਵਨ ਪਵਿੱਤਰ ਹੁਕਮ ਬਖਸ਼ਿਆ ਹੈ। ਅੱਜ ਦਾ ਇਹ ਪਾਵਨ ਬਚਨ ਰਾਗ ਸੂਹੀ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਤੇ ਇਸ ਪਾਵਨ ਸ਼ਬਦ ਦੇ ਵਿੱਚ 8 ਪਦੇ ਨੇ। ਅਸ਼ਟਪਦੀਆਂ ਦਾ ਸ਼ਬਦ ਇਹ ਸਤਿਗੁਰਾਂ ਨੇ ਉਚਾਰਿਆ ਤੇ ਅੱਜ ਦੇ ਇਸ ਸ਼ਬਦ ਦਾ ਪ੍ਰਕਰਨ, ਇਸ ਸ਼ਬਦ ਦਾ ਵਿਸ਼ਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। 3 ਬਚਨ ਸਾਨੂੰ ਦ੍ਰਿੜ ਕਰਾਏ ਨੇ। ਪਹਿਲਾ ਬਚਨ ਕਿ ਆਪਣੇ ਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਕਿਉਂਕਿ ਕੇਵਲ ਗੁਰੂ ਦੇ ਅੰਦਰ ਸਮਰੱਥਾ ਹੈ ਜੋ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ। ਦੂਜੇ ਬਚਨ ਸਤਿਗੁਰਾਂ ਨੇ ਦ੍ਰਿੜ ਕਰਾਏ ਕਿ ਜਦੋਂ ਗੁਰਮੁਖ ਵਾਹਿਗੁਰੂ ਗੁਰੂ ਕਿਰਪਾ ਕਰੇ ਤੇ ਮਨੁੱਖ ਦਾ ਜੀਵਨ ਗੁਰਮੁਖਾਂ ਵਾਲਾ ਬਣ ਜਾਂਦਾ ਹੈ ਤੇ ਜਿਹੜਾ ਗੁਰਮੁਖ ਬਣ ਗਿਆ ਉਹ ਉਸ ਪਰਮੇਸ਼ਵਰ ਦੇ ਨੇੜੇ ਹੈ। ਤੇ ਤੀਸਰਾ ਬਚਨ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਿ ਮਨਮੁਖਾਂ ਦਾ ਜੀਵਨ ਕੀ ਹੈ। ਸੁਆਓ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਿ ਪਾਤਸ਼ਾਹ ਰਹਿਮਤ ਕਰਨ, ਆਪਣੇ ਅਮੋਲਕ ਬਚਨਾਂ ਦੇ ਵਿਚਾਰ ਆਪ ਹੀ ਕਰਾ ਲੈਣ। ਸਵਾਬ ਸਮੂਹ ਸੰਗਤਾਂ ਬਖਸ਼ੋ ਅਸੀਸ ਤੇ ਬੜੇ ਹੀ ਪਿਆਰ ਤੇ ਅਦਬ ਦੇ ਨਾਲ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ। ਅੱਜ ਦੇ ਇਸ ਪਾਵਨ ਸ਼ਬਦ ਦੀ ਜਦੋਂ ਆਪਾਂ ਵਿਚਾਰ ਕਰਾਂਗੇ ਤੇ ਸ਼ਬਦ ਦਾ ਪ੍ਰਕਰਨ ਰਹਾਉ ਦੀ ਪੰਕਤੀ ਤੋਂ ਆਰੰਭ ਹੁੰਦਾ, ਕਿਉਂਕਿ ਬਹੁਤਾਤ ਗਿਣਤੀ ਵਿੱਚ ਜਿਤਨੇ ਵੀ ਸ਼ਬਦ ਆਉਂਦੇ ਨੇ ਉਹਨਾਂ ਵਿੱਚ ਲਗਭਗ ਰਹਾਉ ਦੀ ਪੰਕਤੀ ਜਿਹੜੀ ਹੈ ਉਹ ਸ਼ਬਦ ਦਾ ਵਿਸ਼ਾ ਤੇ ਬਾਕੀ ਦੀਆਂ ਪੰਕਤੀਆਂ ਉਸੇ ਵਿਸ਼ੇ ਦੇ ਉੱਪਰ ਆਧਾਰਿਤ, ਜਾਂ ਇੰਜ ਕਹਿ ਲਈਏ ਕਿ ਸ਼ਬਦ ਇੱਕ ਫੁੱਲ ਦੇ ਨਿਆਈ ਹੈ ਤੇ ਰਹਾਉ ਦੀ ਪੰਕਤੀ ਇੱਕ ਮਕਰੰਦ ਹੈ ਜਿਹਦੇ ਵਿੱਚ ਨਾਮ ਦੀ ਸੁਗੰਧੀ ਹੈ। ਅੱਜ ਜਦੋਂ ਸਤਿਗੁਰਾਂ ਨੇ ਰਹਾਉ ਦੀ ਪੰਕਤੀ 'ਚ ਬਚਨ ਕੀਤੇ ਤੇ ਪਾਤਸ਼ਾਹ ਫਰਮਾ ਰਹੇ ਨੇ, ਬਲਿਹਾਰੀ ਗੁਰੇ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਵਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਾਝੇ ਰਿਆ ਸਮਾਈ। ਪਾਤਸ਼ਾਹ ਕਹਿੰਦੇ ਕਿ ਭਾਈ ਆਪਣੇ ਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤ ਨੂੰ ਜੋੜ ਦਿੱਤਾ। ਸਤਿਗੁਰਾਂ ਦੀ ਪਵਿੱਤਰ ਬਾਣੀ ਵਿੱਚ ਪਾਤਸ਼ਾਹ ਨੇ ਮਨੁੱਖਾ ਜੀਵਨ ਨੂੰ ਸਵਾਰਨ ਵਾਸਤੇ ਸਾਨੂੰ ਗੁਰੂ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਦਿੱਤੀ, ਕਿਉਂਕਿ ਕੇਵਲ ਸਮਰੱਥ ਗੁਰੂ ਹੈ ਜੋ ਸਾਡੇ ਅੰਦਰ ਦੇ ਔਗੁਣਾਂ ਨੂੰ ਕੱਢ ਕੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰਦਾ। ਕੇਵਲ ਗੁਰੂ ਹੈ ਜੋ ਉਸ ਸੱਚੀ ਦਰਗਾਹ ਪਰਮਾਤਮਾ ਦੇ ਦਰ ਦੇ ਉੱਪਰ ਮਨੁੱਖ ਦੀ ਪਹੁੰਚ ਬਣਾਉਂਦਾ। ਸਤਿਗੁਰਾਂ ਨੇ ਬਾਣੀ ਵਿੱਚ ਅਨੇਕਾਂ ਹੀ ਸ਼ਬਦ ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਵਿੱਚ ਬਿਆਨ ਕੀਤੇ ਨੇ। ਆਓ ਬਾਣੀ ਵਿੱਚ ਦਰਸ਼ਨ ਕਰੀਏ ਪਾਤਸ਼ਾਹ ਦੇ ਕਿ ਸਤਿਗੁਰਾਂ ਨੇ ਜਿਹੜੇ ਸਤਿਗੁਰਾਂ ਦੇ ਪ੍ਰਤੀ ਆਪਣੇ ਪਵਿੱਤਰ ਬਚਨ ਉਚਾਰੇ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਕਿ ਭਾਈ ਮੈਂ ਵੀ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਣਾ। ਕਹਿੰਦੇ ਕਿ ਇਸ ਆਪਣੇ ਗੁਰੂ ਤੋਂ ਬਲਿਹਾਰ ਕੁਰਬਾਨ ਜਾਣਾ ਇੱਕ ਦਿਨ ਵਿੱਚ 100 ਵਾਰੀ, ਅਨੇਕਾਂ ਵਾਰੀ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਵਾਂ
क्योंकि पातशाह दे अज बचन ने बलिहारी गुर अपने विटों। तो मैं अज रहा उसकी पंक्ति के उपर पहला कर रहा। पातशाह धन गुरु नानक देव पातशाह फरमाउंदे कि मैं अपने गुरु तो कुरबान जाना, बलिहार जाना। पातशाह किस करके? सतगुरु जी कहते कि मैं इस करके अपने गुरु तो कुरबान जाना क्योंकि गुरु के अंदर समर्था है कि जे किसी के उपर कृपा करे तो आम मनुख को भी देवते बना दे। कि जेड़े आम मनुख संसार विच विचरदे पए ने, जे गुरु अपनी महर की निगाह कर दे ना तो पातशाह कहने कि मनुख को भी गुरु देवता बना देंदा हाँ। इस करके अपने गुरु तो बलिहार जाइए, कुरबान जाइए, दिन में 100 वारी, 1000 वारी। आप पवित्र बचन पढ़ते हैं, बलिहारी गुर अपने दिवहाड़ी सरवार, जिन मानस ते देवते किया करत न लागी वार। इहो ही बचन धन गुरु अमरदास पातशाह फरमाउंदे ने। आनंद साहब की पावन बाणी विच आपां रोज़ पढ़ते हैं। पातशाह कहते कि सदा कुरबान किया गुरु विटों, जिस दियां ये वडियाइयां बलिहारे गुर अपने विटों, जिन साचे स्यों लिव लाई। जे धन गुरु अर्जन देव पातशाह तो पूछे कि पातशाह तुसीं भी कुरबान जाने हो अपने गुरु तो? ते धन गुरु अर्जन देव पातशाह फरमाउंदे ने, कहने कि हाँ मैं भी अपने गुरु तो कुरबान जाना। किवें कुरबान जाते ने? पातशाह कहने कि बार जाऊँ गुर अपने उपन, जिन हर हर नाम दृढ़ाया, महा उद्यान अंधकार में जिन सीधा मार्ग दिखाया। कहने कि मैं अपने गुरु तो इस करके कुरबान जाना क्योंकि इस संसार रूपी भयानक जंगल दे विच मेरे समर्थ गुरु ने मैनू वो सीधा मार्ग समझा दिता, जिस मार्ग ते चल के उस परमात्मा दे विच मन की लीनता हो जाती है। धन गुरु अर्जन देव पातशाह बचन करते हैं, कहने कि नारायण नरपत नमस्कारे, ऐसे गुरु को बल बल जाइए आप मुकत मोहि तारे। मेरे धन गुरु अर्जन देव पातशाह बचन करते हैं, कहने कि गुर अपने ऊपर बल जाइया, 8 पहर हर हर जस जगाइया। कहने कि तू अपने गुरु तो कुरबान जा, बलिहार जा, इस करके क्योंकि गुरु की कृपा के नाल तू 8 पहर परमात्मा ने सिफत तो सलाह के गीत गा सकता। बलिहारी गुर अपने विटों, जिन साचे स्यों लिव लाई। करतारपुर साहब की धरती, मेरे धन गुरु नानक देव पातशाह जो करतारपुर साहब की धरती के उपर रहमतां वंडदे ने, अनेकों ही गुरसिख परिवार करतारपुर साहब की धरती ते टिके ने। कीर्तन के प्रवाह चलते हैं, बाणी के प्रवाह चलते हैं, नाम के अभ्यासी गुरु चरणों में जुड़ते हैं तो सतगुरां की महिमा नूं करते हैं। कहने कि एक बारी होया कि एक साधुआं का टोला आ गया, धन गुरु नानक देव पातशाह के चरणों में कुछ दिन टिके, सिखां दे जीवन नूं वेख्या ते जदों ये साधुआं का टोला चलण लग्या ना, धन गुरु नानक देव पातशाह कोल आए ने विदायगी लैण लगे ते साधुआं दे मुखी ने एक गल कही धन गुरु नानक देव पातशाह नूं, कहने कि सतगुरु जीओ माफ़ करना, तुसी अपने कोल केवल सान केवल पशु पाले हुए ने। कहने कि तुहाडे कोल इंसान ही केवल पशु रहिंदे। सतगुरु जी मुस्कुराए बचन किया कि भाई कुछ दिन होर टिको। सतगुरां दा बचन मन के साधु कुछ दिन होर टिके ने ते जदों कुछ दिनों के बाद चलण लगे तो आके कहने कि पातशाह तुसी ते अपने कोल इंसान पाले हुए ने। सतगुरां ने बचन किया कुछ दिन होर टिको। वो साधुआं दा टोला कुछ दिन होर रहा ते जदों चलण लगे तो आए सतगुरां दे चरणों 'च। पातशाह कहने कि पातशाह तुसी ते अपने कोल देवते पाल रखे ने। सतगुरु मुस्कुराया, फिर बचन किया कुछ दिन होर टिक जाओ, कुछ दिन होर रहो। कहने कि कुछ दिन और साधु होर टिके ने ते जदों कुछ दिनों के बाद चलण लगे ने, अज गुरु नानक देव पातशाह के चरणों में आए तो जितना साधुआं का टोला से सतगुरां के चरणों के उपर आके डिग पिया, चरण फड़ के कहते कि पातशाह तुसी ते रब नूं अपने कोल बिठा लिया। कहने कि तुहाडे कोल ते परमात्मा आप वसिया, रब आप वसदा पिया। हुण वेखो ये गुरु की कृपा है, क्योंकि जदों मनुख नूं बाहरी तौर पर गुरु के सिख नूं वेख्या जांदा ते आम देखण वालियां ने जदों वेख्या कि गुरु के सिख दिन रात मेहनत करते हैं, खेतां दे विच वाहे करते हैं, पशुओं की संभाल करते हैं, घर का सारा काम करते हैं, तो वो केवल इन्हां नूं पशु ही जानते हैं कि पशुओं के वांगू सारा दिन खेतों के उपर लगे रहते हैं। तो जदों उन्हां गुरसिखां नूं वेख्या कि केवल ये खेतों के काम नहीं करना जानते, कहने कि इन्हां दे अंदर एक दूजे के प्रति आदर है,
ਇੱਕ ਦੂਜੇ ਦੇ ਨਾਲ ਜਾਨ ਤੋਂ ਵੱਧ ਪਿਆਰ ਕਰਦੇ ਨੇ। ਤੇ ਜਦੋਂ ਇਹਨਾਂ ਨੇ ਵੇਖਿਆ ਤੇ ਇਹਨਾਂ ਨੇ ਮਨ ਵਿੱਚ ਸੋਚਿਆ ਕਿ ਨਹੀਂ, ਇਹ ਕੇਵਲ ਪਸ਼ੂ ਨਹੀਂ, ਪਸ਼ੂ ਤੋਂ ਉੱਪਰ ਇਨਸਾਨ ਨੇ। ਲੇਕਿਨ ਜਦੋਂ ਕੁਝ ਦਿਨ ਹੋਰ ਟਿਕੇ ਤੇ ਜਦੋਂ ਇਹਨਾਂ ਨੇ ਵੇਖਿਆ ਕਿ ਗੁਰੂ ਕੇ ਸਿੱਖ ਕੇਵਲ ਇਹ ਨਹੀਂ ਕਿ ਕਿਰਤ ਕਰਦੇ ਨੇ, ਇੱਕ ਦੂਜੇ ਪ੍ਰਤੀ ਜਾਨ ਵਾਰਦੇ ਨੇ, ਕਹਿੰਦੇ ਕਿ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜਦੇ ਨੇ, ਨਿਤਨੇਮ ਕਰਦੇ ਨੇ, ਗੁਰੂ ਚਰਨਾਂ ਵਿੱਚ ਜੁੜਦੇ ਨੇ। ਤੇ ਇਹਨਾਂ ਨੇ ਕਿਹਾ ਕਿ ਸਤਿਗੁਰਾਂ ਨੇ ਦੇਵਤੇ ਪਾਲੇ ਨੇ। ਲੇਕਿਨ ਜਦੋਂ ਇਹੀ ਟਿਕੇ, ਇਹਨਾਂ ਨੇ ਵੇਖਿਆ ਕਿ ਜਦੋਂ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬਾਣੀ ਪੜ੍ਹਦੇ ਨੇ, ਬਾਣੀ ਪੜ੍ਹਨ ਦੇ ਬਾਅਦ ਆਪਣੀ ਸੁਰਤ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਲਾ ਦਿੰਦੇ ਨੇ। ਤੇ ਇੰਜ ਲੱਗਦਾ ਕਿ ਜਿਵੇਂ ਰੱਬ ਇਹਨਾਂ ਦੇ ਅੰਦਰ ਟਿਕਿਆ ਤੇ ਸਾਹਮਣੇ ਪ੍ਰਤੱਖ ਰੱਬ ਦੇ ਦਰਸ਼ਨ ਹੋ ਜਾਂਦੇ ਨੇ, ਕਿਉਂਕਿ ਅੰਦਰ ਦੀ ਬਿਰਤੀ ਹੈ। ਮੇਰੇ ਪਾਤਸ਼ਾਹ ਨੇ ਕਿ ਸਤਿਗੁਰੂ ਨੇ ਸਾਡੇ ਉੱਪਰ ਇੰਨੀ ਕੁ ਕਿਰਪਾ ਕੀਤੀ, ਇੰਨੀ ਰਹਿਮਤ ਕੀਤੀ ਕਿ ਅਸੀਂ ਤੇ ਕੇਵਲ ਪਸ਼ੂ ਬਿਰਤੀ ਵਾਲੇ ਸੀ। ਪਸ਼ੂਆਂ ਤੋਂ ਸਾਨੂੰ ਇਨਸਾਨ ਬਣਾਇਆ, ਇਨਸਾਨ ਤੋਂ ਉੱਤੇ ਚੁੱਕ ਕੇ ਦੇਵਤਾ ਬਣਾ ਦਿੱਤਾ। ਤੇ ਦੇਵਤਿਆਂ ਤੋਂ ਵੱਧ ਕਿਰਪਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਕਰਦਾ ਨਾ, ਤੇ ਉਸ ਪਰਮੇਸ਼ਵਰ ਦੇ ਵਿੱਚ ਲੀਨ ਕਰ ਦਿੰਦਾ। ਇਸ ਕਰਕੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਤਿਗੁਰੂ ਜੀ ਕਹਿ ਰਹੇ ਨੇ, ਫਰਮਾ ਰਹੇ ਨੇ, ਬਲਿਹਾਰੇ ਗੁਰ ਆਪਣੇ ਵਿਟੋਂ ਜਿਨ ਸਾਚੇ ਸਿਉ ਲਿਵਲਾਈ। ਕਹਿੰਦੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਕਿਸ ਕਰਕੇ? ਕਹਿੰਦੇ ਕਿ ਇਸ ਕਰਕੇ ਕਿਉਂਕਿ ਪਰਮਾਤਮਾ ਨੇ, ਗੁਰੂ ਨੇ ਕਿਰਪਾ ਕਰਕੇ ਮੇਰੀ ਲਿਵ ਉਸ ਸੱਚੇ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਵਰ ਦੇ ਚਰਨਾਂ ਵਿੱਚ ਜੋੜ ਦਿੱਤੀ। ਸ਼ਬਦ ਚੀਨ ਆਤਮ ਪ੍ਰਗਾਸਿਆ ਸਾਝੇ ਰਿਆ ਸਮਾਈ। ਤੇ ਪਾਤਸ਼ਾਹ ਕਹਿੰਦੇ ਕਿ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਤਰ ਆਤਮੇ ਜਾਣਿਆ ਸ਼ਬਦਾਂ ਦੇ ਵਿੱਚ ਟਿਕਿਆ, ਤੇ ਪਾਤਸ਼ਾਹ ਕਹਿੰਦੇ ਕਿ ਇਹ ਮਨ ਫਿਰ ਉਸ ਪਰਮਾਤਮਾ ਦੇ ਵਿੱਚ ਸਦਾ ਵਾਸਤੇ ਲੀਨ ਹੋ ਗਿਆ। ਸਤਿਗੁਰੂ ਜੀ ਫਿਰ ਅਰਮਤਾ ਕਰਦੇ ਨੇ, ਕਹਿੰਦੇ ਕਿ ਇੱਕੋ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿ ਪਰਮਾਤਮਾ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਤੇ ਉਸ ਪਰਮਾਤਮਾ ਦੀ ਪ੍ਰਾਪਤੀ ਕੇਵਲ ਉਹਨਾਂ ਨੂੰ ਜਿਹੜੀ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ। ਸਤਿਗੁਰੂ ਜੀ ਫਿਰ ਸ਼ਬਦ ਦੀ ਅਰਮਤਾ ਕਰਦੇ ਨੇ, ਨਾਮੇ ਹੀ ਤੇ ਸਭ ਕਿਛ ਹੋਵਾ, ਬਿਨ ਸਤਿਗੁਰ ਨਾਮ ਨਾ ਜਾਪੇ। ਪਾਤਸ਼ਾਹ ਕਹਿੰਦੇ ਕਿ ਅਸਲ ਵਿੱਚ ਇਹ ਸਾਰੇ ਸੰਸਾਰ ਦਾ ਪ੍ਰਸਾਰਾ ਹੀ ਨਾਮ ਦੇ ਵਿੱਚ। ਨਾਮ ਤੋਂ ਬਿਨਾਂ ਆਤਮਿਕ ਜੀਵਨ ਨਹੀਂ, ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਜ਼ਿੰਦਗੀ ਨਹੀਂ। ਕਹਿੰਦੇ ਕਿ ਸਾਰਾ ਸੰਸਾਰ ਦਾ ਪਸਾਰਾ, ਸਾਰਾ ਸੰਸਾਰ ਬ੍ਰਹਿਮੰਡ ਕੇਵਲ ਚਾਨਣ ਇਸ ਕਰਕੇ ਹੁੰਦਾ ਪਿਆ ਕਿਉਂਕਿ ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਪਾਈ ਤੇ ਨਾਮ ਦਾ ਚਾਨਣ ਬਖਸ਼ਿਆ। ਲੇਕਿਨ ਬਿਨ ਸਤਿਗੁਰ ਨਾਮ ਨਾ ਜਾਪੇ। ਪਾਤਸ਼ਾਹ ਕਹਿੰਦੇ ਕਿ ਭਾਈ ਗੁਰੂ ਤੋਂ ਬਿਨਾਂ ਨਾਮ ਦੀ ਸੋਝੀ ਆਉਂਦੀ ਵੀ ਨਹੀਂ। ਜੇ ਗੁਰੂ ਕਿਰਪਾ ਕਰੇ ਨਾ ਤਾਂ ਹੀ ਨਾਮ ਦੀ ਦਾਤ ਮਿਲਦੀ ਹੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖਾ ਸਾਧਨਾ ਜਾਪੇ। ਕਿਤਨੀ ਵੱਡੀ ਰਹਿਮਤ ਕਰਦੇ ਨੇ ਪਾਤਸ਼ਾਹ। ਫਰਮਾਉਂਦੇ ਗੁਰੂ ਕਾ ਸ਼ਬਦ ਕਹਿੰਦੇ ਕਿ ਆਤਮਿਕ ਜੀਵਨ ਨੂੰ ਸੋਹਣਾ ਬਣਾਉਣ ਵਾਲਾ। ਗੁਰੂ ਕਾ ਸ਼ਬਦ ਜਿਹੜਾ ਇਹ ਮਿੱਠਾ ਹੈ। ਤੇ ਪਾਤਸ਼ਾਹ ਕਹਿੰਦੇ ਕਿ ਜਦੋਂ ਤੱਕ ਸ਼ਬਦ ਨੂੰ ਅਸੀਂ ਚਖਾਂਗੇ ਨਹੀਂ, ਇਸ ਸ਼ਬਦ ਦਾ ਸਵਾਦ ਆਪਣੀ ਜੀਭ ਦੇ ਉੱਪਰ ਆਪਣਾ ਅੰਤਰ ਆਤਮੇ ਨਹੀਂ ਲਵਾਂਗੇ, ਤੇ ਪਤਾ ਕਿਵੇਂ ਲੱਗੇਗਾ ਕਿ ਕਿੰਨੀ ਕੁ ਮਿਠਾਸ ਹੈ। ਸ਼ਬਦ ਦੇ ਵਿੱਚ ਮਿਠਾਸ ਹੈ। ਸ਼ਬਦ ਅੰਦਰ ਸੁੱਖ ਦੇਣ ਵਾਲਾ। ਭਾਵੇਂ ਇਸ ਸ਼ਬਦ ਨੂੰ ਰਸਨਾ ਨਾਲ ਪੜੋ, ਭਾਵੇਂ ਗੁਰੂ ਕੀ ਬਾਣੀ ਨੂੰ ਨੇਤਰਾਂ ਦੇ ਨਾਲ ਤੱਕੋ, ਭਾਵੇਂ ਆਪਣੇ ਅੰਤਰ ਆਤਮੇ ਟਿਕਾਓ। ਪਾਤਸ਼ਾਹ ਕਹਿੰਦੇ ਕਿ ਹਰ ਹਾਲ ਦੇ ਵਿੱਚ ਗੁਰੂ ਕੀ ਬਾਣੀ ਸੁੱਖ ਦੇਣ ਵਾਲੀ ਹੈ। ਇਹ ਸੁੱਖ ਦਿੰਦੀ ਹੈ। ਤਾਂ ਤੇ ਸਤਿਗੁਰਾਂ ਨੇ ਬਚਨ ਕੀਤੇ ਨੇ ਕਿ ਗੁਰੂ ਨਾਨਕ ਦੀ ਬਾਣੀ, ਗੁਰੂ ਨਾਨਕ ਮੇਰਾ ਜਿਹੜਾ ਰਹਿਮਤਾਂ ਦੇ ਨਾਲ ਭਰਿਆ। ਤੇ ਜਿਹੜਾ ਵੀ ਸਿੱਖ ਗੁਰੂ ਕੀ ਬਾਣੀ ਨੂੰ ਵੇਖਦਾ, ਦਰਸ਼ਨ ਕਰਦਾ, ਨੇਤਰਾਂ ਦੇ ਨਾਲ, ਰਸਾਂ ਦੇ ਨਾਲ ਪੜਦਾ, ਉਹ ਵੀ ਤਰ ਜਾਂਦਾ, ਉਹਦਾ ਵੀ ਪਾਰ ਉਤਾਰਾ ਹੋ ਜਾਂਦਾ। ਕਿਉਂਕਿ ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੇ। ਪਾਤਸ਼ਾਹ ਕਹਿੰਦੇ ਕਿ ਸ਼ਬਦ ਤੇ ਮਿੱਠਾ ਹੈ, ਲੇਕਿਨ ਜਦੋਂ ਤੱਕ ਇਹਨੂੰ ਚਖੇਗਾ ਨਹੀਂ, ਸਵਾਦ ਕਿੱਥੋਂ ਆਉਣਾ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ। ਹੁਣ ਵੇਖੋ ਪਰਕਣ ਜਿਹੜਾ ਨਾ ਅੱਗੇ ਗੁਰਮੁਖ ਦਾ ਤਲੇ, ਕਿਉਂਕਿ ਇੱਥੇ ਗੁਰੂ ਤੇ ਰਹਿਮਤ ਸੀ ਕਿ ਗੁਰੂ ਨੇ ਕਿਰਪਾ ਕਰਕੇ ਮਨੁੱਖ ਨੂੰ ਸੋਝੀ ਦਿੱਤੀ ਪਰਮਾਤਮਾ ਦੇ ਵਿੱਚ ਲੀਨ ਹੋਣ ਦੀ। ਤੇ ਜਦੋਂ ਉਸ ਸੋਝੀ ਨੂੰ ਇੱਕ ਮਨੁੱਖ ਨੇ ਪ੍ਰਾਪਤ ਕੀਤਾ ਤੇ ਉਹ ਮਨੁੱਖ ਤੋਂ ਗੁਰਮੁਖ ਬਣ ਗਿਆ। ਤੇ ਬਾਣੀ ਵਿੱਚ ਗੁਰਮੁਖ ਤੇ ਮਨਮੁਖ ਦਾ ਜ਼ਿਕਰ ਆਇਆ। ਹੁਣ ਵੇਖੋ ਗੁਰਮੁਖ ਤੇ ਮਨਮੁਖ ਹਨ ਪੰਜ ਤੱਤਾਂ ਦੇ। ਇੱਕ ਪਰਮੇਸ਼ਵਰ ਨੇ ਸਿਰਜਿਆ ਦੋਹਾਂ ਨੂੰ। ਮਨਮੁਖ ਵੀ ਸੰਸਾਰ ਵਿੱਚ ਵਿਚਰਦਾ ਪਿਆ, ਸਨਮੁਖ ਵੀ ਵਿਚਰਦਾ ਪਿਆ। ਦੇਖਣ ਵਿੱਚ ਇੱਕੋ ਜਿਹੇ ਨੇ, ਲੇਕਿਨ ਜੀਵਨ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ। ਕਿਉਂਕਿ ਜਿਹੜਾ ਗੁਰਮੁਖ ਆ ਉਹ ਗੁਰੂ ਦੇ ਬਚਨਾਂ ਨੂੰ ਮੰਨਣ ਵਾਲਾ, ਤੇ ਜਿਹੜਾ ਮਨਮੁਖ
ਉਹ ਕੇਵਲ ਸੰਸਾਰ ਦੀ ਮਾਇਆ ਨੂੰ ਆਪਣੇ ਅੰਦਰ ਸਮੇਟ ਕੇ ਆਪਣੇ ਮਨ ਦੇ ਪਿੱਛੇ ਤੋਰਨ ਵਾਲਾ। ਤੇ ਭਾਈ ਗੁਰਦਾਸ ਤੋਂ ਪੁੱਛੇ ਨਾ ਕਿ ਭਾਈ ਸਾਹਿਬ ਜੀ ਤੁਹਾਡੀ ਨਿਗਾਹ ਦੇ ਵਿੱਚ ਗੁਰਮੁਖ ਕਿਹੋ ਜਿਹਾ? ਤੇ ਭਾਈ ਸਾਹਿਬ ਜੀ ਕਹਿੰਦੇ ਕਿ ਗੁਰਮੁਖ ਤੇ ਇਹੋ ਜਿਹਾ ਕਿ ਜਿਵੇਂ ਇੱਕ ਰਾਹਗੀਰ ਆਪਣੇ ਘਰ ਨੂੰ ਚੱਲਿਆ, ਰਸਤੇ ਵਿੱਚ ਆਉਂਦਿਆਂ ਉਹਨੂੰ ਹਨੇਰਾ ਹੋ ਗਿਆ, ਇੱਕ ਧਰਮਸ਼ਾਲਾ ਦੇ ਵਿੱਚ ਰੁਕਿਆ। ਧਰਮਸ਼ਾਲਾ ਦੇ ਵਿੱਚ ਰੁਕਿਆ, ਉਸ ਧਰਮਸ਼ਾਲਾ ਵਿੱਚ ਕਿੰਨੇ ਬੰਦੇ ਰਹਿਣ ਵਾਲੇ ਨੇ, ਕੋਈ ਕਿਹੋ ਜਿਹਾ ਕੋਈ ਕਿਹੋ ਜਿਹਾ, ਉਹਦੇ ਨਾਲ ਕੋਈ ਵੀ ਵਾਸਤਾ ਨਹੀਂ। ਉਹ ਕੇਵਲ ਰਾਹਗੀਰ ਇਸ ਕਰਕੇ ਉੱਥੇ ਆਇਆ ਕਿ ਧਰਮਸ਼ਾਲਾ ਦੇ ਵਿੱਚ ਰਾਤ ਕੱਟ ਕੇ ਮੈਂ ਸਵੇਰੇ ਚੱਲ ਜਾਣਾ। ਕਹਿੰਦੇ ਕਿ ਗੁਰਮੁਖ ਦੀ ਬਿਰਤੀ ਵੀ ਇਹੋ ਜਿਹੀ ਹੈ। ਉਹ ਇਸ ਸੰਸਾਰ ਰੂਪੀ ਧਰਮਸ਼ਾਲਾ ਦੇ ਵਿੱਚ ਆਇਆ, ਲੇਕਿਨ ਉਹਨੇ ਨਾ ਤੇ ਕਿਸੇ ਨਾਲ ਮੋਹ ਪਾਇਆ, ਨਾ ਕਿਸੇ ਦੇ ਨਾਲ ਪ੍ਰੀਤ। ਭਾਈ ਸਾਹਿਬ ਜੀ ਫਿਰ ਬਚਨ ਕਰਦੇ ਨੇ, ਕਹਿੰਦੇ ਕਿ ਜਦੋਂ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਉਹ ਯਾਤਰੀ ਚੱਲਦਾ ਨਾ, ਤੇ ਉਹਨੂੰ ਰਸਤੇ ਵਿੱਚ ਜਾਂਦਿਆਂ ਹੋਇਆਂ ਕਿਸੇ ਨਾਲ ਕੋਈ ਸੋਝੀ ਨਹੀਂ। ਜੇ ਧਰਮਸ਼ਾਲਾ ਦੇ ਵਿੱਚ ਰਿਹਾ ਤੇ ਕਿਸੇ ਮਨੁੱਖ ਦੀ ਬੁਰਾਈ ਨੂੰ ਵੇਖ ਕੇ ਉਹਦੀ ਨਿੰਦਿਆ ਨਹੀਂ ਕੀਤੀ, ਤੇ ਕਿਸੇ ਮਨੁੱਖ ਦੇ ਗੁਣਾਂ ਨੂੰ ਵੇਖ ਕੇ ਉਹਨੂੰ ਪ੍ਰਸੰਨ ਨਹੀਂ ਹੋਇਆ, ਕਿਉਂਕਿ ਕੇਵਲ ਯਾਤਰੀ ਬਣ ਕੇ ਆ, ਮੈਂ ਰਾਤ ਵਿਸ਼ਰਾਮ ਕਰਨਾ ਤੇ ਸਵੇਰੇ ਉੱਠ ਕੇ ਚਲੇ ਜਾਣਾ। ਕਹਿੰਦੇ ਕਿ ਹੁਣ ਜਦੋਂ ਇਹ ਯਾਤਰੀ ਚਲਿਆ ਨਾ, ਤੇ ਰਸਤੇ ਵਿੱਚ ਜਾਂਦਿਆਂ ਜੇ ਕੋਈ ਇਹਨੂੰ ਲਾਸ਼ ਮਿਲ ਜਾਵੇ, ਮੁਰਦਾ ਮਿਲ ਜਾਵੇ, ਤੇ ਉਸ ਮੁਰਦੇ ਨੂੰ ਤੱਕ ਕੇ ਰੋਂਦਾ ਨਹੀਂ। ਜੇ ਰਸਤੇ ਵਿੱਚ ਕੋਈ ਜੰਝ ਮਿਲ ਜਾਵੇ, ਕਿਸੇ ਦੀ ਬਰਾਤ ਚੜ੍ਹਦੀ ਹੋਵੇ, ਤੇ ਉਸ ਬਰਾਤ ਦੇ ਵਿੱਚ ਨੱਚਦਾ ਨਹੀਂ। ਭਾਓ ਉਹਦੇ ਅੰਦਰ ਨਾ ਤੇ ਗਮ ਹੈ ਤੇ ਨਾ ਖੁਸ਼ੀ ਹੈ। ਉਹ ਕੇਵਲ ਇੱਕ ਯਾਤਰੀ ਬਣ ਕੇ ਆਪਣੀ ਯਾਤਰਾ ਪਿਆ ਕਰਦਾ, ਉਹ ਯਾਤਰਾ ਨੂੰ ਸਫਲ ਕਰਨਾ ਚਾਹੁੰਦਾ। ਭਾਈ ਸਾਹਿਬ ਜੀ ਤੀਸਰੇ ਫਿਰ ਬਚਨ ਕਰਦੇ ਨੇ, ਕਹਿੰਦੇ ਕਿ ਪਰਮਾਤਮਾ ਦੇ ਹੁਕਮ ਵਿੱਚ ਤਰਦਾ ਪਿਆ, ਉਹਨੂੰ ਸੰਸਾਰ ਦੇ ਨਾਲ ਕੋਈ ਵਾਸਤਾ ਨਹੀਂ। ਉਹ ਕੇਵਲ ਆਪਣੇ ਜੀਵਨ ਨੂੰ ਬਤੀਤ ਕਰਨ ਆਇਆ, ਤੇ ਜ਼ਿੰਦਗੀ ਰੂਪੀ ਰਾਤ ਨੂੰ ਸਫਲ ਕਰਕੇ ਸੰਸਾਰ ਤੋਂ ਜਾਣਾ। ਅਸਲ ਵਿੱਚ ਗੁਰਮੁਖ ਦੀ ਨਿਸ਼ਾਨੀ ਇਹ ਹੈ ਕਿ ਜੇ ਸੁੱਖ ਆਇਆ ਤੇ ਪਰਮਾਤਮਾ ਦਾ ਸ਼ੁਕਰ ਕਰ ਲਿਆ, ਤੇ ਜੇ ਜੀਵਨ ਦੁੱਖਾਂ ਦੇ ਨਾਲ ਭਰ ਗਿਆ ਤੇ ਉਹਨਾਂ ਦੁੱਖਾਂ ਦੀ ਪਰਵਾਹ ਨਹੀਂ ਕੀਤੀ। ਭਾਈ ਸਾਹਿਬ ਜੀ ਕਹਿੰਦੇ ਕਿ ਇਹੋ ਜਿਹਾ ਗੁਰਮੁਖ ਉਸ ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੈ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਫਰਮਾਉਂਦੇ ਨੇ ਭਾਈ ਗੁਰਦਾਸ ਜੀ, ਵਾਟ ਵਟਾਓ ਰਾਤ ਸਰਾਈ ਵਸਿਆ, ਉੜ ਚਲਿਆ ਪ੍ਰਭਾਤ ਮਾਰਗ ਦੱਸਿਆ, ਨਾਹੇ ਪਰਾਈ ਤਾਤ ਨਾ ਚਿਤ ਰਹਸਿਆ, ਮੂਵੇ ਨਾ ਪੁੱਛੇ ਜਾਤ ਵਿਆਹ ਨਾ ਹੱਸਿਆ, ਦਾਤਾ ਕਰੇ ਜੋ ਦਾਤ ਸੋ ਨਾ ਭੁੱਖਾ ਤਸਿਆ। ਤੇ ਫਿਰ ਬਚਨ ਕਰਦੇ ਨੇ, ਗੁਰਮੁਖ ਸਿਮਰਨ ਵਾਤ ਕਮਲ ਵਿਗਸਿਆ। ਕਹਿੰਦੇ ਕਿ ਗੁਰਮੁਖ ਤੇ ਇੱਕ ਕਮਲ ਦੇ ਫਲ ਦੀ ਨਿਆਈ ਹੈ, ਜਿਹੜਾ ਚਿੱਕੜ ਵਿੱਚ ਖਿੜਿਆ ਹੋਵੇ, ਲੇਕਿਨ ਚਿੱਕੜ ਵਿੱਚ ਰਹਿੰਦਿਆਂ ਵੀ ਉਹਦਾ ਮੁੱਖ ਸੂਰਜ ਵਾਲੇ ਪਾਸੇ ਹੈ। ਇਸੇ ਤਰੀਕੇ ਨਾਲ ਗੁਰਮੁਖ ਸੰਸਾਰ ਵਿੱਚ ਵਿਚਰਦਾ ਤੇ ਹੈ, ਲੇਕਿਨ ਉਹਦੀ ਬਿਰਤੀ ਉਸ ਪਰਮੇਸ਼ਵਰ ਦੇ ਵਿੱਚ ਹੈ, ਤੇ ਇਹ ਗੁਰਮੁਖ ਗੁਰੂ ਕੀ ਕਿਰਪਾ ਦੇ ਨਾਲ ਬਣੇ। ਤੇ ਪਾਤਸ਼ਾਹ ਵਚਨ ਕਰਦੇ ਨੇ, ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ, ਗੁਰਮੁਖ ਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪਾ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਕਿ ਵੇਖੋ ਇਹ ਸੰਸਾਰ ਦੇ ਵਿੱਚ ਗੁਰਮੁਖ ਨੇ ਆਪਣੇ ਜੀਵਨ ਨੂੰ ਸਫਲ ਬਣਾਇਆ, ਲੇਕਿਨ ਜਿਹੜਾ ਗੁਰੂ ਕੇ ਸ਼ਬਦਾਂ ਦੇ ਰਾਹੀਂ ਉਸ ਪਰਮਾਤਮਾ ਨੂੰ ਸਿਮਰਦਾ, ਉਹ ਆਪਣੇ ਆਤਮਿਕ ਜੀਵਨ ਦੀ ਪਛਾਣ ਕਰ ਲੈਂਦਾ। ਤੇ ਜਿਹਨੇ ਆਤਮਿਕ ਜੀਵਨ ਦੀ ਪਛਾਣ ਕੀਤੀ, ਉਹਦਾ ਜਿਹੜਾ ਜੀਵਨ ਉਹ ਕੌਡੀਆਂ ਦੇ ਭਾਅ ਨਹੀਂ ਜਾਂਦਾ, ਉਹ ਬੇਮੁੱਲਾ ਨਹੀਂ ਜਾਂਦਾ। ਕਹਿੰਦੇ ਕਿ ਉਹਦਾ ਜੀਵਨ ਅਮੋਲਕ ਬਣ ਜਾਂਦਾ ਹੈ। ਗੁਰਮੁਖ ਹੋਵਾ ਤਾਂ ਇੱਕੋ ਜਾਣੇ, ਹਉਮੈ ਦੁੱਖ ਨਾ ਸੰਤਾਪੈ। ਪਾਤਸ਼ਾਹ ਬਚਨ ਕਰਦੇ ਨੇ ਕਿ ਗੁਰਮੁਖ ਜਿਹੜਾ ਨਾ, ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਨਾ, ਤੇ ਪਰਮਾਤਮਾ ਦੇ ਨਾਲੋਂ ਡੂੰਘੀ ਸਾਂਝ ਬਣਾ ਲੈਂਦਾ। ਉਹਦੇ ਨਾਲ ਇੰਨੀ ਕੁ ਸੁਰਤ ਜੁੜ ਜਾਂਦੀ ਪਰਮਾਤਮਾ ਦੇ ਨਾਲ, ਕਿ ਕਦੇ ਹਉਮੈ ਵਿੱਚ ਕਦੇ ਅਹੰਕਾਰ ਦੇ ਵਿੱਚ ਆਉਂਦਾ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੇਰੇ ਤੇ ਰਹਿਮਤ ਹੋਈ, ਜੇ ਮੇਰੇ ਤੇ ਕਿਰਪਾ ਹੋਈ, ਤੇ ਇਸ ਕਿਰਪਾ ਨੂੰ ਕਰਨ ਵਾਲਾ ਵੀ ਉਹ ਪਰਮੇਸ਼ਵਰ ਪਰਮਾਤਮਾ ਆਪ ਹੈ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਗਾਵਾ ਗੁਰਮੁਖ ਬੂਝਾ, ਗੁਰਮੁਖ ਸ਼ਬਦ ਵਿਚਾਰੇ। ਕਹਿੰਦੇ ਕਿ ਗੁਰੂ ਦੇ ਮਾਰਗ ਦੇ ਉੱਪਰ ਚੱਲਣ ਵਾਲਾ ਜਨ, ਕਹਿੰਦੇ ਕਿ ਗੁਰਮੁਖ ਦੇ ਗੁਰੂ ਦੇ ਸ਼ਬਦਾਂ ਨੂੰ ਗਾਉਂਦਾ, ਉਹਨਾਂ ਸ਼ਬਦਾਂ ਨੂੰ ਸਮਝਦਾ, ਤੇ ਗੁਰੂ ਕੇ ਬਚਨਾਂ ਦੇ ਵਿਚਾਰ ਕਰਦਾ। ਹੁਣ ਗੁਰਮੁਖ ਦਾ ਜੀਵਨ ਸਤਿਗੁਰੂ ਜੀ ਬਿਆਨ ਕਰ ਰਹੇ ਨੇ ਕਿ ਗੁਰਮੁਖ ਜਿਹੜਾ ਕੇਵਲ ਪੜ੍ਹਨ ਤੱਕ ਸੀਮਤ ਨਹੀਂ, ਉਹ ਆਪਣੇ ਅੰਤਰ ਆਤਮੇ ਗੁਰੂ ਕੇ ਸ਼ਬਦਾਂ ਨੂੰ ਸਦਾ ਹੀ ਗਾਉਂਦਾ ਰਹਿੰਦਾ, ਤੇ ਗਾਉਣ ਦੇ ਨਾਲ ਉਹਨਾਂ ਨੂੰ ਬਚਨਾਂ ਨੂੰ ਸਮਝਦਾ ਵੀ ਹੈ। ਤੇ ਜਦੋਂ ਸਮਝ ਜਾਂਦਾ, ਫਿਰ ਆਪਣੇ ਅੰਤਰ ਆਤਮੇ ਬੈਠ ਕੇ ਵਿਚਾਰ ਵੀ ਕਰਦਾ ਕਿ ਮੇਰੇ ਸਤਿਗੁਰਾਂ ਨੇ ਮੈਨੂੰ ਬਾਣੀ ਵਿੱਚ ਕਿਹਾ ਕੀ, ਤੇ ਮੈਂ ਕੀ ਕਰਦਾ ਪਿਆ, ਗੁਰੂ ਮੈਨੂੰ ਕੀ ਸਮਝਾਉਂਦਾ ਪਿਆ, ਤੇ ਮੇਰਾ ਜੀਵਨ ਕਿਸ ਪਾਸੇ ਜਾ ਰਿਹਾ। ਗੁਰਮੁਖ ਗਾਵਾ ਗੁਰਮੁਖ ਬੂਝਾ, ਗੁਰਮੁਖ ਸ਼ਬਦ ਵਿਚਾਰੇ, ਜਿਉ ਪਿਣ ਸਭ ਗੁਰ ਤੇ ਉਪਜੇ,
गुरमुख कारज सवारे। पातशाह कहते कि गुरु के चरणों में चलने वाला मनुख उसनों इस गल की सोझी है कि ये जिहड़ा जिंद ये मेरा शरीर ये केवल परमात्मा की किरपा है, ਉਹਦੀ बरकत के नाल चलदा पिया ते गुरु की किरपा के नाल आत्मिक जीवन को प्राप्त करके गुरु के शरण में पा के अपने जीवन के कारज नूं सवार लैंदा। हुण सतगुरां ने फिर अगला जिहड़ा प्रकरण दिता वो जिहड़ा मनमुख दा कि मनमुख जिहड़ा ना वो किवें अपने जीवन को बतीत कर रहा। पातशाह फरमाउंदे ने मनमुख अंध कमावे बिखटे संसारे माया मोह सदा दुख पाए बिन गुर अत प्यारे। कहने कि जिथे गुरमुख अपने जीवन को सफल बना रहा ना उत्थे मनमुख जिहड़ा एक नेत्रहीन मनुख की न्याई, जिवें एक अखां तो हीना मनुख होवे वो थां थां दे उपर ठोकरा खांदा, उन्होंने किसी चीज़ की सोझी नहीं पता नहीं, वो वास्ते चानण हनेरा एको जा क्योंकि ठोकरा पिया खांदा। पातशाह कहते कि जिहड़ा मन के पिछे तुरन वाला ना ये संसार में रहिंदा ते है लेकिन इसदा जीवन ठोकरां दे विच बतीत हुंदा। वो अपने जीवन के जहर इकट्ठा कर रहा, जहर नूं कमाउंदा पिया। माया मोह सदा दुख पाए बिन गुर अत प्यारे। पातशाह कहते कि वेखो ये माया का जिहड़ा मूह है ना मन के पिछे तुरन वाले दे अंदर हुंदा ते जिहदे अंदर माया का मूह वो सदा ही माया करके मोह करके दुख ही पाउंदा। बिन गुर अत प्यारे। पातशाह करके जे गुरु दे नाल प्यार ही ना कीता, जे गुरु दे नाल जुड़िया ही नहीं तो उन्हें अपने जीवन ते अंधकार विच बतीत कर लिया ना, क्योंकि गुरु तो बिना रहमत कित्थों बननी सी। सोई सेवक जे सतगुर सेवे चाले सतगुर भाए साचा शब्द सिफत है साची साचा मन वसाए। पातशाह कहते कि असल में सेवक वो हाँ जिहड़े गुरु के हुक्म में तुरदा, गुरु के वचनों को सत करके मनदा, गुरु की रजा विच अपने जीवन को चलना सिखा दिंदा। पातशाह कहते कि वो गुरु का सेवक हाँ। उन्होंने फिर सच्चे शब्द की सोझी आ जाती है तो जिहदे शब्द की सोझी आ गई परमेश्वर परमात्मा उहदे हिरदे विच टिक जाता। सच्ची बाणी गुरमुख आखे हौमा विचों जाए आपे दाता करम है साचा साचा शब्द सुनाए। पातशाह कहते कि गुरमुख जिहड़ा गुरु के दसे मार्ग ते तुरन वाला जिहड़ा ना उहदे उपर किन्नी कु रहमत गुरु की होगी। कहते कि गुरु के दसे मार्ग ते चलदियां होइयां ਉਹਦੇ अंदर की बिरती इहो जी बन गई कि गुरु के शब्दों में गुरु की बाणी में ਉਹਦੀ अंतरात्मा टिक गई। वो गुरमुख बन गया, हौमे नूं अपने अंदरों खत्म करके उन्हें केवल गुरु के बचनों की कमाई की। लेकिन पातशाह कहने कि ये दात ये बख्शिश करन वाला भी परमेश्वर आप है। जदों किसी नूं दात करे ना तां ही वो मनुख गुरमुख की अवस्था ते पहुँच के गुरु चरणों में जुड़ के अपने अंतर आत्मिक शब्दों की कमाई करता है। पातशाह फिर बचन करते हैं कहने कि गुरमुख घाले गुरमुख खट्टे गुरमुख नाम जपाए सदा अलप्त साचे रंगराता गुर के सज समाए। कहने कि गुरमुख जो गुरु के मार्ग ते तुरन वाला केवल नाम की मेहनत करता, इस मेहनत नूं करके इहदे विचों नाम का धन एकत्र करता है तो जिन्हों नाम का धन मिल जाए ना पातशाह कहने कि वह आप भी जपदा ते दूजिਆਂ नूं फिर जपाउंदा। जिन्हों पातशाह कहने कि नाम दे व्यापारी, कहने कि नाम का व्यापार कदे घाटे विच नहीं। हुण व्यापार की दुनिया में एक नेम काम करता ना कि जे कोई चीज़ लेके विहाजनी कुछ लाभ खटना तो वो वास्ते पहला माया देनी पैंदी। व्यापारी एक थां तो पासे दे के लियांदा सौदा तो उस सौदे विच लाभ होवे ते फिर दूजे पासे वेचदा। हुण गुरमुख जिहड़ा नाम का व्यापार इस तरीके नाल करदा क्योंकि उन्होंने सोझी आ गई गुरु की मत दे विच कि नाम के व्यापार दे विच कदे घाटा नहीं, नाम के व्यापार विच कदे तोटा नहीं। संसार के व्यापार बनते ने विनस जाते हैं, वड्डे तो वड्डे व्यापारी जिहड़े ने कदे वो भी कौडी कौडी तरस जाते हैं क्योंकि इहदे विच लाभ हाँ ते हानि भी हाँ। जे अज नफा हाँ तो यह डर हमेशा लग्या रहिंदा कि कारोबार करदिआं कदे कोई नुकसान ना होवे। लेकिन पातशाह कहंदे कि सच जाणिओ गुरु के मार्ग ते चलदिआं होया परमात्मा नूं जपदिआं होया नाम रूपी धन दे विच कदे घाटा नहीं। इस करके सदा अलप्त साचे रंगरात्या गुर के साज सुभाए। जिहड़ा गुरमुख है ना वो संसार की माया तो लिप्त उस परमात्मा दे विच समाया रहिंदा। मनमुख सद ही कूड़ो बोले बिख बीजे बिखाए जमकाल बाधा तृष्णा दादा बिन गुर कमण छड़ाए।
ਹੁਣ ਵੇਖੋ जिथे गुरमुख नाम का व्यापार पिया करदा, पातशाह कहते कि उत्थे मनमुख जिहड़ा ना वो अपने मुख तो सदा झूठ बोलदा, ਉਹਦੀ कोई गल सच्ची नहीं होंदी, क्योंकि वो माया का जहर बीजदा पिया ते बीजे हुए जहर नूं आप ही अपने जीवन में विकारां दे रूप में खाएगा। तो इहो जे मनमुख के गल दे विच पातशाह फरमाउंदे ने कि जमदूत की फाही पई हुई है, जमदूत उन्होंने फाही देगा तो तृष्णा में सड़दा होया मनुख अपने जीवन को तबाह करदा, क्योंकि बिन गुर कवन छुड़ाए, गुरु तो बिना कौन है जिहड़ा छुड़ा सके। गुरु है जो मन नूं विकारां तो राहत करदा है। सच्चा तीरथ जे ससर नहावन, गुरमुख आप बुझाए, 68 तीरथ कोई शब्द दिखाए, तित नहाते मल जाए। पातशाह कहते कि जदों गुरु चरणों में जुड़दा ना मनुख, इस गल की सोझी आउंदी है कि सच्चा तीरथ परमात्मा का नाम है। जे तीरथ है ना तो वह केवल गुरु की बाणी, गुरु की संगत हाँ। तीरथ नामन जाओ तीरथ नाम हाँ, तीरथ शब्द विचार अंतर ज्ञान हाँ। पातशाह कहते कि जदों गुरु का बख्शिया होया ज्ञान का चानन अंदर आएगा ना, तो इस गल की सूझी आ जाए कि 68 तीरथ भी गुरु के शब्दों, गुरु की बाणी के सामने कुछ भी नहीं। क्योंकि जिन्हें गुरु के शब्दों की कमाई कर ली, उन्होंने इन्नी गुरु रहमत कर दिंदा कि अंदर दे सारे मैल, अंदर की सारी मलीनता वो किसी तीरथ ते जाके नहीं धोंदे, वो केवल गुरु के शब्दों के नाल धोंदे। सच्चा शब्द सच्चा है निर्मल, नाम लगे ना लाए, सच्ची सिफत सच्ची सलाह पूरे गुर ते पाए। पातशाह कहते कि इस गुरु का शब्द रहमत ते बख्शिश करने वाला, इस शब्द दे विच रहमतां ने, ते पातशाह कहते कि ये अंदर नूं निर्मल करदा, ते जिहदे अंदर नूं निर्मल करे फिर उहदा मन मैल ते विकारां वाले पासे नहीं जांदा। ते पातशाह कहते ने कि गुरु दे दर ते आके सच्ची सिफतो सलाह दी दात उस परमात्मा ने नाम दी दात मिलदी है। तन मन सब किछ हर तिस घेरा दुरमत कहण ना जाए। पातशाह कहते कि ये तन ये मन शरीर विच जो भी है, ये शरीर कह लो, संसार दीयां दातां कह लो, पातशाह कहते कि सारे ही उस परमात्मा दी दातां ने। लेकिन परमात्मा ने दात इस तन नूं मन नूं कौन जानदा? पातशाह कहते कि जिहदे कोल गुरु दी मत है। क्योंकि गुरमत वाला मनुख गुरमत नूं हासिल करके उस परमात्मा दा शुक्र निकलदा है। लेकिन जदों अंदर दुरमत होवे ना, तो मनुख इस गल नूं स्वीकार ही नहीं करता कि ये मन तन धन सारा कुछ परमात्मा दा। मनुख कहता कि जो कुछ है मेरा है, हुक्म होवे तां निर्मल होवे, हौमै विचों जाए। पातशाह कहते कि जदों परमात्मा दा हुक्म होवे ना धुर दरगाह तो, ते ये मन निर्मल हुंदा, ते निर्मल हिरदे विचों हौमे खत्म हो जाती है। गुर की साखी साझे चाखी, तृष्णा अगन बुझाए। पातशाह कहते कि जिन्हें गुरु के बचनों के उपर कमाई की, बचनों नूं अपने अंतर आत्म टिकाया, पातशाह कहते कि साझ अवस्था में टिक गए, तो उन्होंने अपने अंदरों तृष्णा की अग नूं मिका दिता। गुर के शब्द राता साझे माता, साझे रहा समाए। जिहड़ा गुरु के शब्दों में टिक गया, गुरु के शब्दों को आधार बना लिया, पातशाह कहते कि उस शब्दों में टिक के उस परमात्मा दे विच सदा वास्ते समाउंदा। हर का नाम सत कर जाने, गुर के भाए प्यारे। पातशाह कहते कि जिहड़ा गुरु का सिख है ना, वो परमात्मा के नाम नूं सत करके जानदा, उहदे हुक्म के उपर कदे किरंतु परंतु नहीं करता। पातशाह कहते कि गुरु के शब्दों में तुरन वाला मनुख, नाम के उपर चलण वाला मनुख उस परमात्मा के चरणों में सदा टिकिया, सदा लीन हाँ, क्योंकि वो गुरु के बचनों की कमाई पिया करता। हुण वेखो गुरमुख ते मनमुख का जीवन सतगुरु जी बयान करते। एक पासे गुरमुख के उपर गुरु की रहमत है, लेकिन मनमुख उस रहमत तो वांझा, क्योंकि परमात्मा ने यह शरीर एक भांडा बनाया, इस हिरदे नूं एक बर्तन की न्याई बनाया। जे इस बर्तन दे विच नाम का निर्मल कर्मां का दुध पावांगे तो उहदे विचों नाम का तत्त निकलना। लेकिन जे मन रूपी भांडे विच केवल संसार की विकारां नूं मलीनता नूं पाउंदे रहे, तो पातशाह कहते हैं कि जीवन ही मलीनता विच चला जाएगा। पातशाह कहते कि हर का नाम सतकर जाने, गुर के भाए प्यारे, सच्ची वडियाई गुर ते पाई, सच्चे नाए प्यारे। कहते कि सच्ची वडियाई की दात केवल गुरु तो मिलती है। ये हिरदे रूपी भांडे नूं सच्चा साफ करके एको सच्चा सब में वरते, विरला को विचारे। पातशाह कहते कि परमात्मा एक हाँ, सदा कायम रहने वाला, वो परमेश्वर आप ही सारिਆਂ ਵਿੱਚ ਵਰਤਦਾ ਪਿਆ है, लेकिन ਇਹਦੀ विचार कोई विरला ही करता है। आपे मेल लए तां बख्शे, सच्ची भगत प्यारे,
पातशाह कहते कि जदों आप किसी के उपर किरपा करके बख्शिश करदा भी ना, उसे नूं फिर परमात्मा के नाम की भगती की दात मिलती हाँ, वही गुरमुखां की गिणती विच आउंदा हाँ। ते पातशाह फिर बचन करते हैं, सबो सच 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 वरते गुरमुख कोई जाने। कहने कि गुरु के बचनों के उपर तुरन वाला जानता कि सारे संसार में केवल सदा कायम रहने वाला परमात्मा ਉਹਦਾ सच्चा हुक्म हाँ, ਉਹਦੀ रजा पई चलती हाँ। जमन मरना हुक्मों वरते गुरमुख आप पछाणे, मनुख के जन्म अते मरण भी उस परमात्मा के हुक्म दे विच हाँ, लेकिन इहदी पछाण केवल गुरमुख नूं हाँ। सो सतगुर जी फिर फरमाउंदे ने, नाम ध्याए तां सतगुर भाए, जो इच्छे सो फल पाए। कहने कि जे नाम नूं ध्यावांगे ना तो सतगुरां नूं चंगे लंघांगे। जे गुरु के प्यार विच रह के नाम की दात नूं हासिल कर लिया तो पातशाह कहने कि सानूं मंगण की लोड़ नहीं, फिर जो इच्छे सो फल पाए। मन दे विच जिहड़ियां मुरादां ने वो सारियां पूरी ही होणगियां। नानक तिसका सब किछ होवा, जे विचों आप गवाए। पातशाह फिर फरमाउंदे ने कि भाई सच जाणियो, जिहने अपने अंदर आत्मे अपने आप नूं खत्म कर लिया, भाओ अपने हंकार नूं, अपनी हौमे नूं, अपनी हंगता नूं खत्म करके अपने मन नूं निर्मल कर लिया। पातशाह कहने कि उन्होंने सारियां दातां मिल जांदियां ने, क्योंकि वह गुरु के दसे हुए मार्ग पर चलता पिया। इस करके पातशाह समझाउंदे ने कि भाई जे संसार विच आए हाँ तो गुरु दी रहमतां नूं प्राप्त कर लीए, जे गुरु दीयां बख्शिशां साडे नाल ने, जे गुरु के बचनों की कमाई करते हैं तो जीवन उस परमात्मा के लेखे लग के गुरमुखां वाली गिणती विच मनुख आउंदा। लेकिन जिहड़ा मनुख केवल अपने मन के पिछे तुरन वाला गुरु के बचनों की कमाई ही ना करे, पातशाह कहने कि इहो जिहा मनुख अपने जीवन नूं बिरथा गवा के जांदा है। इस करके पातशाह कहने कि अपने गुरु तो कुरबान जाइए। हुण वेखो इत्थे जे गुरमुखां वाला जीवन बतीत करना तो पातशाह कहने कि कृपा भी गुरु की चाहिए है। गुरु की कृपा तो बिना गुरमुखता वाला जीवन नहीं मिलता। इस करके गुरु की वडियाई ये हाँ कि गुरु चरणों में जुड़ के मनुख आत्मा ये जिहड़ी उस परमात्मा दे विच लीन हुंदी है। सो सतगुर जी करन कृपा, संसार विच आए हाँ, सन असीं ते हाले मनुख भी नहीं बने। सतगुर तो कहने कि परमात्मा गुरु कृपा करे तो देवता बना दिंदा, लेकिन असीं ते अपने आप को मनुख भी नहीं बना सके, क्योंकि साडे अंदर ना तो वो रहमतां वो बख्शिशां हाले तक आईयां ने। उन्हां सारियां किरपावां तो असीं वांझे हाँ, तो वांझे रहण दा इक्को एक कारण कि गुरु तो विछड़े हाँ, गुरु तो टुटे हाँ। जे गुरु चरणों में जुड़ जाइए, गुरु की बाणी नूं जीवन का आधार बना लीए, गुरु चरणों के नाल करिए प्रेम, तो जो गुर कहे सोई भल मानो। पातशाह कहते कि जो गुरु कवे उन्होंने जे सत करके मनीए ना, तो फिर ये जीवन उस परमात्मा के लेखे लग सकता। लेकिन ये दात भी गुरु आप ही बख्शण वाला कि जिसनों अपने चरणों में जोड़ता हाँ, वही मनुख गुरु की सिफत तो सलाह की दात करता हाँ। सो करिए सतगुरां दे चरणों के पातशाह कर साडे ते रहमत। आप जी सानू गुरमुखां दे जीवन जीण दी जोगा समझाउंदे हो, लेकिन अपनी कृपा भरी दृष्टि साडे ते भी कर दिओ कि साडा जीवन भी जिहड़ा ना ये तेरे लेखे लगे। संसार के विकारां नूं छड्ड दईए, मनमुखां दे संग नूं छड्ड दईए ते केवल गुरु की संगत करिए, क्योंकि गुरु की संगत ही आत्मिक जीवन सानूं देण वाली है। सो सतगुर जी करन कृपा, सारिआं नूं नाम बाणी दा प्यार, अपने चरणों का प्यार बख्शण। सो विचारां करदिआं, बाणी पढ़दिआं एक नहीं अनेकां भुलां गलतियां हो जांदियां ने। साध संग बख्शण योग है खिमा करना। बुलाओ फतेह। वाहिगुरू जी का खालसा, वाहिगुरू जी की फतेह।